ਹੈਲੋ एवरीवन। ਅੱਜ ਅਸੀਂ ਓਬਲੀਕ ਐਕਸਿਸ ਦਾ ਲੈਕਚਰ ਨੰਬਰ 3 ਸਟਾਰਟ ਕਰਨ ਜਾ ਰਹੇ ਹਾਂ। ਅਸੀਂ ਲੈਕਚਰ ਨੰਬਰ 1 ਦੇ ਵਿੱਚ ਬੱਚੇ ਸਮਝਿਆ ਸੀ ਓਬਲੀਕ ਐਕਸਿਸ ਦੀ ਡੈਫੀਨੇਸ਼ਨ ਨੂੰ, ਡਿਸਟੈਂਸ ਫਾਰਮੂਲਾ ਨੂੰ, ਸੈਕਸ਼ਨ ਫਾਰਮੂਲਾ ਨੂੰ ਐਂਡ ਏਰੀਆ ਆਫ ਅ ਟਰਾਇੰਗਲ ਨੂੰ। ਐਂਡ ਸੈਕਿੰਡ ਲੈਕਚਰ ਦੇ ਵਿੱਚ ਅਸੀਂ ਉਹਦੀ ਬੱਚੇ ਸਟ੍ਰੇਟ ਲਾਈਨ ਦੀ ਇਕੁਏਸ਼ਨ ਸਿੱਖਿਆ ਸੀ ਕਿ ਸਟ੍ਰੇਟ ਲਾਈਨ ਦੀ ਇਕੁਏਸ਼ਨ ਜਾਂ ਫਿਰ ਦੋ ਸਟ੍ਰੇਟ ਲਾਈਨ ਵਿੱਚ ਬਣਨ ਵਾਲਾ ਐਂਗਲ ਕਿੰਨਾ ਹੁੰਦਾ, ਜਦੋਂ ਦੋ ਸਟ੍ਰੇਟ ਲਾਈਨ ਪਰਪੈਂਡੀਕੂਲਰ ਹੋਣ ਤਾਂ ਕੰਡੀਸ਼ਨ ਕੀ ਲੱਗਦੀ ਹੈ, ਜੇਕਰ ਜਿਹੜੀਆਂ ਸਟ੍ਰੇਟ ਲਾਈਨ ਆ ਉਹਦੀ ਇਕੁਏਸ਼ਨ AX + BY + C ਅਤੇ ਦੂਸਰੀ ਸਟ੍ਰੇਟ ਲਾਈਨ ਹੋਵੇ A1X + B1Y + C1, ਇਹਨਾਂ ਦੋਹਾਂ ਦੇ ਵਿੱਚ ਜੇ ਅਸੀਂ ਐਂਗਲ ਫਾਈਂਡ ਕਰਨਾ ਹੋਵੇ ਜਾਂ ਇਹਨੂੰ ਅਸੀਂ ਸਲੋਪ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੋਵੇ ਤਾਂ ਕਿਵੇਂ ਕੀਤਾ ਸੀਗਾ। ਇਹ ਸਭ ਕੁਝ ਅਸੀਂ ਇਹਨੇ ਲੈਕਚਰ ਨੰਬਰ 2 'ਚ ਡਿਸਕਸ ਕੀਤਾ ਸੀ। ਅੱਜ ਇੱਕ ਇੰਪੋਰਟੈਂਟ ਆਰਟੀਕਲ ਵਿੱਚ ਇੱਥੇ ਡਿਸਕਸ ਕਰਨ ਜਾ ਰਹੇ ਹਾਂ। ਆਰਟੀਕਲ ਨੰਬਰ 10 ਸਪੈਕਟਰਮ ਦੀ ਬੁੱਕ ਦੇ ਵਿੱਚ ਲੈਂਥ ਆਫ ਅ ਪਰਪੈਂਡੀਕੂਲਰ। ਦੇਖੋ ਜਿਵੇਂ ਅਸੀਂ ਨੇ ਬੱਚੇ ਸਾਰਾ ਕੁਝ ਅਸੀਂ ਕਾਰਟੀਜ਼ੀਅਨ ਜਿਹੜੇ ਕੋਆਰਡੀਨੇਟਸ ਨੇ ਉਹਨਾਂ ਦੇ ਨਾਲ ਜਾਂ ਰੈਕਟੈਂਗੂਲਰ ਕੋਆਰਡੀਨੇਟਸ ਨੇ ਜਿਹੜੇ ਉਹਨਾਂ ਦੇ ਨਾਲ ਅਸੀਂ ਕੰਪੈਰੀਜ਼ਨ ਕਰਕੇ ਦੇਖ ਰਹੇ ਹਾਂ, ਸਿੱਖ ਰਹੇ ਹਾਂ। ਓਬਲੀਕ ਐਕਸਿਸ ਦੇ ਵਿੱਚ ਡਿਸਟੈਂਸ ਫਾਰਮੂਲਾ ਦੀ ਵੀ, ਸੈਕਸ਼ਨ ਫਾਰਮੂਲਾ, ਹਰੇਕ ਚੀਜ਼ ਦਾ ਅਸੀਂ ਕੰਪੈਰੀਜ਼ਨ ਉਹਦੇ ਨਾਲ ਕੀਤਾ। ਇਸ ਤਰ੍ਹਾਂ ਬੱਚੇ ਲੈਂਥ ਆਫ ਪਰਪੈਂਡੀਕੂਲਰ ਨੂੰ ਵੀ ਪਹਿਲਾਂ ਉਹਦੇ ਨਾਲ ਕੰਪੇਅਰ ਕਰਕੇ ਸਮਝਦੇ ਹਾਂ ਕਿ ਕੀ ਹੁੰਦਾ, ਉਸ ਤੋਂ ਬਾਅਦ ਸਾਨੂੰ ਪਤਾ ਲੱਗ ਜਾਏਗਾ ਕਿ ਓਬਲੀਕ ਐਕਸਿਸ 'ਚ ਵੀ ਅਸੀਂ ਨੇ ਕਿਵੇਂ ਫਾਈਂਡ ਕਰਨਾ। ਦੇਖੋ ਬੱਚੇ ਜਦੋਂ ਸਾਡੇ ਕੋਲ ਕਾਰਟੀਜ਼ਨ ਕੋਆਰਡੀਨੇਟ ਸੀਗੇ, ਜਿਵੇਂ ਮੰਨ ਲਓ ਆਹ ਸਾਡੇ ਕੋਲ ਕਿਆ ਹੋਇਆ, ਇਹਨਾਂ ਦੇ ਵਿੱਚ ਕੋਈ ਇੱਥੇ ਲੈ ਲਿਆ ਲਾਈਨ ਆ ਜਿਹੜੀ ਐਕਸ ਐਕਸਿਸ, ਇਹ ਤੋਂ ਅਸੀਂ ਇੱਕ ਪਰਪੈਂਡੀਕੂਲਰ ਡਰੋ ਕੀਤਾ ਕਿਸੇ P ਪੁਆਇੰਟ ਤੋਂ। P ਪੁਆਇੰਟ ਆ ਜਿਹੜਾ ਸਾਡੇ ਕੋਲ X1 Y1 ਇਸ ਲਾਈਨ 'ਤੇ ਜਾਂ ਫਿਰ ਇਸ ਐਕਸਿਸ 'ਤੇ ਜਾਂ ਫਿਰ ਇਹ ਕਹਿ ਲਓ ਬੱਚੇ ਇਸ ਦੇ ਥਰੂ ਇੱਥੇ ਕੋਈ ਲਾਈਨ ਜਾ ਰਹੀ ਆ ਸਟ੍ਰੇਟ ਲਾਈਨ, ਇਹਦੇ ਉੱਤੇ ਪਰਪੈਂਡੀਕੂਲਰ ਡਰੋ ਕੀਤਾ ਅਤੇ ਸਟ੍ਰੇਟ ਲਾਈਨ ਦੀ ਇਕੁਏਸ਼ਨ ਲੈ ਲਈ ਅਸੀਂ ਨੇ AX + B + C = 0। ਤਾਂ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਜਿਹੜੇ ਤੇ ਪਰਪੈਂਡੀਕੂਲਰ ਅਸੀਂ ਸਿੱਟਿਆ ਬੱਚੇ ਉਹਦੀ ਡਿਸਟੈਂਸ ਫਾਈਂਡ, ਉਹਦੀ ਲੈਂਥ ਫਾਈਂਡ ਕਰੀਏ ਕਿ ਕਿੰਨੀ ਹੋਏਗੀ, ਲੈਂਥ ਆਫ ਪਰਪੈਂਡੀਕੂਲਰ ਕਿੰਨੀ ਹੋਏਗੀ, ਆਹ ਲੈਂਥ ਕਿੰਨੀ ਹੋਏਗੀ। ਤਾਂ ਅਸੀਂ ਕੀ ਕਰਦੇ ਸੀਗੇ, ਕਹਿੰਦੇ ਬੱਚੇ ਜੋ ਸਟ੍ਰੇਟ ਲਾਈਨ ਉਹਦੇ ਵਿੱਚ ਪੁਆਇੰਟ ਪੁੱਟ ਕਰ ਦਿਓ AX1 + BY1 + C, ਇਹਦਾ ਕੀ ਲੈ ਲਓ ਮੋਡ ਅਪੋਨ X ਦੇ ਕੋਫੀਸ਼ੀਐਂਟ ਦੀ ਸਕੇਅਰ A² + B² ਐਂਡ ਅਸੀਂ ਇਹਦੇ ਕੋਫੀਸ਼ੀਐਂਟ ਦੀ ਕੀ ਕਰ ਦਿੰਦੇ ਸੀ ਸਕੇਅਰ, ਇਹਦਾ ਕੀ ਆ ਸਾਡੇ ਕੋਲ ਮੋਡ, ਕਿਉਂਕਿ ਲੈਂਥ ਹਮੇਸ਼ਾ ਸਾਡੇ ਕੋਲ ਕੀ ਹੁੰਦੀ ਆ ਬੱਚੇ ਪੋਜ਼ੀਟਿਵ ਹੁੰਦੀ ਆ। ਤਾਂ ਇਹ ਸਾਡੇ ਕੋਲ ਨਿਕਲ ਆਉਂਦੀ ਸੀ ਲੈਂਥ ਆਫ ਪਰਪੈਂਡੀਕੂਲਰ ਇਨ ਦਾ ਕਾਰਟੀਜ਼ੀਅਨ ਕੋਆਰਡੀਨੇਟਸ। ਬਟ ਹੁਣ ਜਦੋਂ ਅਸੀਂ ਓਬਲੀਕ ਐਕਸਿਸ ਦੇ ਵਿੱਚ ਗੱਲ ਕਰ ਰਹੇ ਹਾਂ ਬੱਚੇ, ਤਾਂ ਓਬਲੀਕ ਐਕਸਿਸ ਕੀ ਸੀ ਜਿਹਦੇ ਵਿੱਚ ਸਾਡੇ ਕੋਲ Y ਐਕਸਿਸ ਅਤੇ X ਐਕਸਿਸ ਦੇ ਵਿੱਚ ਬਣਨ ਵਾਲਾ ਐਂਗਲ ਕੀ ਹੋਏਗਾ, ਓਮੇਗਾ ਹੋਏਗਾ, ਨਾਟ 90 ਨਹੀਂ ਹੋਏਗਾ। ਤਾਂ ਅਸੀਂ ਉਦੋਂ ਅਸੀਂ ਕਿਵੇਂ ਫਾਈਂਡ ਕਰ ਸਕਦੇ ਹਾਂ ਇਸ ਪਰਪੈਂਡੀਕੂਲਰ ਦੀ ਲੈਂਥ, ਅਸੀਂ ਉਹ ਡਿਸਕਸ ਕਰਨਾ। ਤਾਂ ਸਭ ਤੋਂ ਪਹਿਲਾਂ ਤਾਂ ਬੱਚੇ ਅਸੀਂ ਇਹਦੀ ਕੰਸਟਰਕਸ਼ਨ ਕਿ ਦੇਖੋ ਸਟੇਟਮੈਂਟ ਦੇਖ ਲੈਂਦੇ ਹਾਂ। ਕਹਿੰਦੇ ਕੀ ਕਹਿ ਰੱਖਿਆ, ਪ੍ਰੂਵ ਦੈਟ ਦੀ ਲੈਂਥ ਆਫ ਅ ਪਰਪੈਂਡੀਕੂਲਰ ਡਰਾਨ ਫਰੋਮ ਅ ਪੁਆਇੰਟ X1 Y1 ਟੂ ਅ ਲਾਈਨ AX + BY + C ਰੈਫਰ ਟੂ ਦਾ ਓਬਲੀਕ ਐਕਸਿਸ ਇਸ। ਕਹਿੰਦੇ ਪ੍ਰੂਵ ਕਰੋ ਬੱਚੇ ਜੋ ਅਸੀਂ ਕਿਸੇ ਓਬਲੀਕ ਐਕਸਿਸ ਦੇ ਵਿੱਚ ਕਿਸੇ ਇੱਕ ਸਟ੍ਰੇਟ ਲਾਈਨ, ਪਰਟੀਕੂਲਰ ਸਟ੍ਰੇਟ ਲਾਈਨ ਦੇ ਉੱਤੇ ਜੋ ਪਰਪੈਂਡੀਕੂਲਰ ਡਰਾਅ ਕਰਾਂਗੇ ਉਸ ਪਰਪੈਂਡੀਕੂਲਰ ਦੀ ਲੈਂਥ ਇੰਨੀ ਆ, ਇਹ ਚੀਜ਼ ਪ੍ਰੂਫ ਕਰੋ। ਤਾਂ ਬੱਚੇ ਅਸੀਂ ਸਭ ਤੋਂ ਪਹਿਲਾਂ ਕੰਸਟਰਕਸ਼ਨ ਕੀਤੀ ਹੈ। ਦੇਖੋ ਇਹਨੂੰ ਡਾਇਗਰਾਮ ਦੇ ਥਰੂ ਸਮਝਦੇ, ਜਿਓਮੈਟਰੀ ਦੇ ਵਿੱਚ ਇਹੀ ਮੇਨ ਹੁੰਦਾ ਬੱਚੇ, ਜੇਕਰ ਅਸੀਂ ਕਿਸੇ ਚੀਜ਼ ਦੀ ਡਾਇਗਰਾਮ ਬਣਾ ਸਕਦੇ ਹਾਂ, ਉਹਨੂੰ ਸਮਝ ਸਕਦੇ ਹਾਂ, ਤਾਂ ਸਾਡਾ ਅੱਧਾ ਕੰਮ ਰਹਿ ਜਾਂਦਾ ਸੀ ਉਹਦੇ ਥਰੂ। ਸਾਨੂੰ ਪਤਾ ਲੱਗ ਜਾਂਦਾ ਕਿ ਹੁਣ ਅਸੀਂ ਕੀ ਕਰਨਾ। ਸਭ ਤੋਂ ਪਹਿਲਾਂ ਤਾਂ ਅਸੀਂ ਨੇ ਕੀ ਬਣਾਇਆ, ਓਬਲੀਕ ਐਕਸਿਸ ਬਣਾਈਆਂ। ਆਹ ਸਾਡੀ X ਐਕਸਿਸ ਆ, ਆਹ ਸਾਡੀ Y ਐਕਸਿਸ ਆ, ਇਹਨਾਂ ਦੇ ਵਿੱਚ ਐਂਗਲ ਕਿੰਨਾ ਬਣ ਰਿਹਾ, ਓਮੇਗਾ। ਇਹਦੇ ਵਿੱਚ ਦੀ ਇੱਕ ਸਟ੍ਰੇਟ ਲਾਈਨ ਪਾਸ ਕੀਤੀ, ਮੰਨ ਲਓ ਆਹ ਸਾਡੀ ਸਟ੍ਰੇਟ ਲਾਈਨ ਹੈ ਜਿਹਦੀ ਇਕੁਏਸ਼ਨ ਕੀ ਆ AX + BY + C। ਇਸ ਲਾਈਨ 'ਤੇ ਅਸੀਂ ਇੱਕ ਪਰਪੈਂਡੀਕੂਲਰ ਡਰਾਅ ਕਰਨਾ ਬੱਚੇ ਕਿਸੇ ਪੁਆਇੰਟ P ਤੋਂ। P X1 Y1 ਇਹ ਸਾਡਾ ਪੁਆਇੰਟ ਆ, ਇਹ ਤੋਂ ਅਸੀਂ ਇੱਕ ਪਰਪੈਂਡੀਕੂਲਰ ਡਰਾਅ ਕੀਤਾ ਦਿਸ ਵਨ। ਐਂਡ ਜਿਹੜੀਆਂ ਇਹਦੀ ਹੁਣ ਇਹ ਪਰਪੈਂਡੀਕੂਲਰ ਡਰਾਅ ਕਰਨ ਦੀ ਵਿੱਚ ਇਹਦੀ ਲੈਂਥ ਫਾਈਂਡ ਕਰਨੀ ਹੈ, ਤਾਂ ਪਹਿਲਾਂ ਅਸੀਂ ਕੰਸਟਰਕਸ਼ਨ ਕਰਦੇ ਹਾਂ, ਇਹਦੀ ਇੱਕ ਟਰਾਇੰਗਲ ਕੰਪਲੀਟ ਕਰਦੇ ਹਾਂ। ਦੇਖੋ ਇਹਨੂੰ ਵੀ ਮੀਟ ਕਰ ਦਿਓ ਅਤੇ ਇੱਧਰੋਂ ਇਸ ਪੁਆਇੰਟ ਨੂੰ ਵੀ ਇਹਦੇ ਨਾਲ ਮੀਟ ਕਰ ਦਿਓ। ਇਹਨੂੰ ਨੇਮ ਦੇ ਲਓ ਬੱਚੇ B ਪੁਆਇੰਟ ਆ, ਇਹ ਸਾਡੇ ਕੋਲ A ਪੁਆਇੰਟ ਆ, ਅਤੇ ਇਹਨੂੰ ਨੇਮ ਦੇ ਲਓ ਪਰਪੈਂਡੀਕੂਲਰ ਜੋ ਡਰਾਅ ਕੀਤਾ ਇਹ M ਪੁਆਇੰਟ ਆ ਜਾਂ MQ, ਕੁਛ ਵੀ ਅਸੀਂ ਨੇਮ ਲੈ ਲਿਆ। ਤਾਂ ਹੁਣ ਦੇਖੋ ਪੁਆਇੰਟਸ ਫਾਈਂਡ ਕਰਨੇ ਆ। P ਪੁਆਇੰਟ ਤਾਂ ਸਾਨੂੰ ਪਤਾ, B ਪੁਆਇੰਟ ਕਿਵੇਂ ਫਾਈਂਡ ਕਰ ਸਕਦੇ ਹਾਂ ਬੱਚੇ, ਸਾਡੇ ਕੋਲ ਕਿਹਦੀ ਲਾਈਨ ਆ, ਸਾਡੇ ਕੋਲ ਸਟ੍ਰੇਟ ਲਾਈਨ ਦੀ ਇਕੁਏਸ਼ਨ ਸਾਨੂੰ ਪਤਾ। ਇਸ ਪੁਆਇੰਟ ਦੇ ਉੱਤੇ B ਪੁਆਇੰਟ ਦੇ ਉੱਤੇ ਦੇਖੋਗੇ ਤਾਂ ਇਹ ਸਾਨੂੰ Y ਐਕਸਿਸ 'ਤੇ ਮੀਟ ਕਰ ਰਹੀ ਹੈ। ਜੇ Y ਐਕਸਿਸ 'ਤੇ ਮੀਟ ਕਰਦੀ ਹੈ ਇਸ ਲਾਈਨ 'ਤੇ X ਦੀ ਵੈਲਿਊ ਕਿੰਨੀ ਹੁੰਦੀ ਹੈ, 0 ਹੁੰਦੀ ਹੈ। ਤਾਂ ਜੋ ਇਹਦੀ ਇਕੁਏਸ਼ਨ ਆ ਬੱਚੇ ਉੱਥੇ X ਨੂੰ ਕੀ ਪੁੱਟ ਕਰ ਦਿਓ, 0। ਜਦੋਂ ਇੱਥੇ X ਨੂੰ 0 ਪੁੱਟ ਕਰੋਗੇ ਤਾਂ ਬਚ ਕੀ ਜਾਏਗਾ, BY + C = 0। ਸੋ Y ਦੀ ਵੈਲਿਊ ਕਿੰਨੀ ਆ ਜਾਏਗੀ, -C/B। ਇਸ ਦਾ ਮਤਲਬ ਬੱਚੇ ਜਿਹੜਾ ਪੁਆਇੰਟ ਆ B, ਇਹਦੀ ਵੈਲਿਊ ਕਿੰਨੀ ਆ, 0। X ਐਕਸਿਸ ਦਾ ਕੋਆਰਡੀਨੇਟ ਕਿੰਨਾ, 0, ਅਤੇ B ਦੀ ਵੈਲਿਊ ਕਿੰਨੀ ਆ, -C/B। ਇਸੇ ਤਰ੍ਹਾਂ ਅਸੀਂ A ਪੁਆਇੰਟ ਵੀ ਫਾਈਂਡ ਕਰ ਸਕਦੇ ਹਾਂ। A ਪੁਆਇੰਟ ਦੇ ਲਈ ਸਾਨੂੰ Y ਨੂੰ 0 ਭਰਨਾ ਪਏਗਾ। ਜਦੋਂ ਅਸੀਂ ਇੱਥੇ Y ਨੂੰ 0 ਭਰਿਆ ਤਾਂ AX + C = 0 ਆ ਜਾਏਗਾ, ਤਾਂ ਇਹਦੀ ਪੁਆਇੰਟ ਦੀ ਵੈਲਿਊ ਕਿੰਨੀ ਆ ਜਾਏਗੀ, -C/A ਐਂਡ 0।
देखो सानू ਤਿੰਨੋਂ पॉइंट पता लग गए तो एक ट्रायंगल फॉर्म हो रही है। ਅਸੀਂ ਹੁਣ ਪਿੱਛੇ ਬੱਚੇ ਅਸੀਂ ਇਹ ਤੋਂ ਪ੍ਰੀਵੀਅਸ ਵੀਡੀਓ ਫਸਟ ਲੈਕਚਰ ਦੇ ਵਿੱਚ ਜਿਹੜੀ ਇਹਦੀ ਵੀਡੀਓ ਸੀਗੀ ਉਹਦੇ ਵਿੱਚ ਅਸੀਂ ਦੇਖਿਆ ਸੀ ਕਹਿੰਦੇ ਜਦੋਂ 3 ਪੁਆਇੰਟ ਸਾਨੂੰ ਪਤਾ ਨੇ ਤੇ ਇੱਕ ਟਰਾਇੰਗਲ ਬਣ ਰਹੀ ਆ ਉਸਦਾ ਏਰੀਆ ਫਾਈਂਡ ਕਰਨ ਦਾ ਫਾਰਮੂਲਾ ਕੀ ਸੀਗਾ 1/2 x1 y1 1 x2 y2 1 x3 y3 1 ਇੰਟੂ ਸਾਈਨ ਆਫ ਓਮੇਗਾ ਉਸ ਫਾਰਮੂਲੇ ਦਾ ਅਸੀਂ ਇੱਥੇ ਯੂਜ਼ ਕਰ ਸਕਦੇ ਹਾਂ। ਆਏ ਪਹਿਲਾਂ ਤਾਂ ਇੱਥੇ ਧਿਆਨ ਨਾਲ ਦੇਖ ਲਿਓ ਬੱਚੇ ਕਿ ਸਾਨੂੰ 3 ਪੁਆਇੰਟਸ ਨੇ ਜਿਹੜੇ ਉਹਦੇ ਅਸੀਂ ਕਿਵੇਂ ਫਾਈਂਡ ਕੀਤੇ ਉਸ ਤੋਂ ਬਾਅਦ ਅਸੀਂ ਸਿੱਧਾ ਇਹ ਫਾਰਮੂਲੇ ਏਰੀਆ ਆਫ ਟਰਾਇੰਗਲ ਦੇ ਫਾਰਮੂਲੇ ਦੇ ਵਿੱਚ ਵੈਲਿਊ ਸਬਸਟੀਟਿਊਟ ਕਰ ਦਾਂਗੇ। ਦੇਖੋ ਕੀ ਕਹਿ ਰਿਹਾ ਕਹਿੰਦਾ ਏਰੀਆ ਆਫ ABP ਜੋ ਆ ਸਾਡੇ ਕੋਲ ABP ਟਰਾਇੰਗਲ ਬਣੀ ਹੈ ਇਹਦਾ ਏਰੀਆ ਕਿਵੇਂ ਕੱਢਿਆ ਕਹਿੰਦਾ 1/2 ਪਹਿਲਾ ਪੁਆਇੰਟ ਬੱਚੇ x1 y1 ਫਿਰ ਸੈਕਿੰਡ ਪੁਆਇੰਟ ਲੈ ਲਓ A ਨੂੰ माइनस C अपॉन A 0 थर्ड पॉइंट 0 माइनस C अपॉन B कुछ भी बच्चे इधर उधर भी कर सकते हो शफल जरूरी नहीं कि x1 y1 ही असी पहला लिखना वो तुहाडी विश जिवें मर्जी आंसर सेम आएगा इंटू नैक्सट 1 1 1 एंड 9 साइन ओमेगा। ਹੁਣ ਦੇਖੋ ਆ ਸਿੰਬਲ ਕਾਹਦਾ ਹੁੰਦਾ ਡਿਟਰਮੀਨੈਂਟ ਦਾ ਡਿਟਰਮੀਨੈਂਟ ਅਸੀਂ ਕਿਵੇਂ ਸੋਲਵ ਕਰਦੇ ਹਾਂ ਫਸਟ ਵੈਲਿਊ ਐਜ਼ ਇਟ ਇਜ਼ ਦੇਖੋ ਇੱਥੇ ਆਏਗਾ ਪਲੱਸ ਮਾਈਨਸ ਪਲੱਸ ਉਸ ਤੋਂ ਬਾਅਦ ਪਲੱਸ ਨੂੰ ਐਜ਼ ਇਟ ਇਜ਼ ਰੱਖਿਆ ਇਹਨਾਂ ਦੀ ਕ੍ਰੋਸ ਕੀਤੀ ਬੱਚੇ ਫਿਰ ਮਾਈਨਸ ਦਾ ਸਿੰਬਲ ਫਿਰ ਇਹਨੂੰ ਐਜ਼ ਇਟ ਇਜ਼ ਰੱਖਿਆ ਇਹਨਾਂ ਦੀ ਕ੍ਰੋਸ ਕੀਤੀ ਅਸੀਂ ਡਿਟਰਮੀਨੈਂਟ ਫਾਈਂਡ ਕਰ ਲਿਆ। ਦੇਖੋ ਜਦੋਂ ਅਸੀਂ ਡਿਟਰਮੀਨੈਂਟ ਸੋਲਵ ਕੀਤਾ ਤਾਂ ਸਾਡੇ ਕੋਲ ਇੰਨਾ ਆ ਗਿਆ ਇਹਦਾ ਏਰੀਆ ਆਫ ਆ ਟਰਾਇੰਗਲ ਏਰੀਆ ਆਫ ਟਰਾਇੰਗਲ ਕਿੰਨਾ ਆ ਗਿਆ C/2AB AX1 + BY1 + C ਸਾਈਨ ਆਫ ਓਮੇਗਾ। ਬੱਚੇ ਦੁਬਾਰਾ ਦੇਖ ਲਓ ਅਸੀਂ ਇਹਦਾ ਪਹਿਲਾਂ ਡਿਟਰਮੀਨੈਂਟ ਕੱਢਾਂਗੇ ਡਿਟਰਮੀਨੈਂਟ ਸੋਲਵ ਕਰਨ ਤੋਂ ਬਾਅਦ ਕੁਛ ਇਸ ਤਰ੍ਹਾਂ ਦੀਆਂ ਟਰਮਸ ਬਣੂਗੀ C/BX1 + C/AY1 + C² ਫਿਰ ਇਹ ਸਾਰੇ ਦੇ ਵਿੱਚੋਂ ਅਸੀਂ AB ਕਾਮਨ ਕੱਢਿਆ ਸਾਰੇ ਦੇ ਵਿੱਚੋਂ ਬੱਚੇ ਜਦੋਂ AB ਕਾਮਨ ਕੱਢਾਂਗੇ ਤਾਂ ਸਾਡੇ ਕੋਲ ਇਹ ਟਰਮ ਬਚੇਗੀ। ਦੇਖੋ ਇੱਥੇ ਲਿਖ ਵੀ ਦਿੰਦੇ ਹਾਂ ਸਟੈਪ ਕਿ ਅਸੀਂ ਇਹ ਤੋਂ ਬਾਅਦ ਲਿਖ ਦਿਓ ਬੱਚੇ ਕਾਮਨ AB ਜਾਂ ਇਹ ਲਿਖ ਦਿਓ ਜਾਂ ਇਹ ਕਹਿ ਦਿਓ ਕਿ ਸਾਰੀਆਂ ਜਿਹੜੀਆਂ ਟਰਮਸ ਸੀ ਉਹਨਾਂ ਦੀ ਅਸੀਂ ਮਲਟੀਪਲਾਈ ਅਤੇ ਡਿਵਾਈਡ ਕੀਤਾ ਉਹਨੂੰ ਕਿਹਦੇ ਨਾਲ AB ਦੇ ਨਾਲ ਤਾਂ ਇਹ ਕੀ ਬਣ ਜਾਏਗਾ 2/A ਤਾਂ ਪਹਿਲੇ ਦੇ ਵਿੱਚੋਂ ਬੱਚੇ ਜਦੋਂ AB ਆ ਕਾਮਨ ਕੱਢਣਾ ਤਾਂ ਇੱਥੇ ਪਹਿਲਾਂ ਹੀ B ਆ A ਕੀ ਹੋਊਗਾ ਉੱਪਰ ਮਲਟੀਪਲਾਈ ਤਾਂ ਇਹ ਬਣ ਜਾਊਗਾ ACX1 ਪਲੱਸ ਨੀਚੇ B ਹੈਗਾ ਅਤੇ A ਹੈਗਾ ਤਾਂ ਉੱਪਰ ਕੀ ਜਾਊਗਾ BCY1 ਪਲੱਸ ਇੱਥੇ ਬੱਚੇ C² ਆ C² ਦੇ ਵਿੱਚੋਂ ਵੀ ਅਸੀਂ ਇੱਕ C ਨੂੰ ਤਾਂ ਬਾਹਰ ਲੈ ਕੇ C ਨੂੰ ਅਜੇ ਨਹੀਂ ਚਲੋ C² ਐਂਡ AB ਤਾਂ ਇੱਥੇ ਆਲਰੇਡੀ ਹੈਗਾ ਤਾਂ ਕੀ ਬਚੇਗਾ C²। ਹੁਣ ਸਾਰੇ ਦੇ ਵਿੱਚੋਂ C ਬਾਹਰ ਲੈ ਜਾਓ ਬੱਚੇ ਅੰਦਰ ਕੀ ਬਚ ਜਾਏਗਾ AX1 + BY1 + C ਇੰਟੂ ਸਾਈਨ ਆਫ ਓਮੇਗਾ। ਇਹਨੂੰ ਇੱਕ ਮਾਰਕ ਕਰਕੇ ਛੱਡ ਲੈਣਾ ਕਿਉਂਕਿ ਬੱਚੇ ਇੱਥੇ ਅਜੇ ਤੱਕ ਸਿਰਫ ਅਸੀਂ ਨੇ ਹਾਫ ਕੀਤਾ ਏਰੀਆ ਆਫ ਟਰਾਇੰਗਲ। ਬਟ ਜੇ ਅਸੀਂ ਹੁਣ ਸਿੰਪਲ ਦੇਖੀਏ ਬੱਚੇ ਕਹਿੰਦੇ ਸਿੰਪਲ ਸਾਡੇ ਕੋਲ ਏਰੀਆ ਆਫ ਟਰਾਇੰਗਲ ਦਾ ਜੇ ਫਾਰਮੂਲੇ ਦੀ ਗੱਲ ਕਰੀਏ ਉਹ ਕੀ ਹੁੰਦਾ ਜੇ ਅਸੀਂ ਆ ਮੰਨ ਲਓ ਤੁਹਾਨੂੰ ਕਿਹਾ ਵੀ ਆ ਟਰਾਇੰਗਲ ਆ ਚਾਹੇ ਪਤਾ ਨਹੀਂ ਕਿਹੜੇ ਚਾਹੇ ਕਾਰਟੀਜ਼ਨ ਜਾਂ ਫਿਰ ਸਾਡੇ ਕੋਲ ਓਬਲੀਕ ਐਕਸਿਸ ਦੇ ਵਿੱਚ ਬਸ ਤੁਸੀਂ ਇਸ ਦਾ ਏਰੀਆ ਫਾਈਂਡ ਕਰਨਾ ਤਾਂ ਅਸੀਂ ਕੀ ਕਰਦੇ ਸੀ ਬੱਚੇ ਇਹਦਾ ਏਰੀਆ ਕੀ ਹੁੰਦਾ 1/2 ਬੇਸ ਮਲਟੀਪਲਾਈ ਹਾਈਟ। ਦੇਖੋ ਇਹੀ ਫਾਰਮੂਲਾ ਹੁੰਦਾ ਸਾਡੇ ਕੋਲ ਬੇਸ ਮਲਟੀਪਲਾਈ ਹਾਈਟ ਦਾ ਮਤਲਬ ਕਿ ਉਹਦੇ ਉੱਤੇ ਜੋ ਪਰਪੈਂਡੀਕੂਲਰ ਡਰਾ ਕੀਤਾ ਹੋਇਆ ਟਰਾਇੰਗਲ ਦੇ ਵਿੱਚ ਉਹਦੀ ਲੈਂਥ ਫਾਈਂਡ ਪੁੱਟ ਕਰਨੀ ਹੁੰਦੀ ਆ। ਸੋ ਇੱਥੇ ਹੀ ਦੁਬਾਰਾ ਲਗਾਈਏ ਬੱਚੇ ਕਹਿੰਦਾ ਜਿਹੜੀ ਇਹ ਟਰਾਇੰਗਲ ਬਣ ਰਹੀ ਹੈ ਜੇ ਤੇ ਇਹ ਫਾਰਮੂਲਾ ਲਗਾਈਏ ਉਹਦੇ ਅਕੋਰਡਿੰਗ ਇਹਦਾ ਏਰੀਆ ਕਿੰਨਾ ਹੋਣਾ ਸੀ 1/2 ਬੇਸ ਕਿੰਨਾ ਹੈ ਤਾਂ ਬੱਚੇ AB ਮਲਟੀਪਲਾਈ ਬਾਏ ਪਰਪੈਂਡੀਕੂਲਰ ਕੀ ਆ PQ ਤਾਂ ਇਸਦਾ ਮਤਲਬ ਇਹ ਫਾਰਮੂਲਾ ਲੱਗ ਸਕਦਾ ਸੀ। ਤਾਂ ਹੁਣ ਦੇਖੋ ਏਰੀਆ ਤਾਂ ਉਹਦੇ ਨਾਲ ਵੀ ਉਨਾ ਹੀ ਹੋਣਾ ਸੀਗਾ ਜਿੰਨਾ ਅਸੀਂ ਨੇ ਆਹ ਏਰੀਆ ਇਹ ਫਾਰਮੂਲਾ ਲਾ ਕੇ ਏਰੀਆ ਕੱਢਣਾ। ਸੋ ਐਂਡ 'ਤੇ ਅਸੀਂ ਇਹਨਾਂ ਦੋਹਾਂ ਏਰੀਆ ਨੂੰ ਕੰਪੈਰੀਜ਼ਨ ਕਰਕੇ PQ ਦੀ ਵੈਲਿਊ ਕੱਢ ਸਕਦੇ ਹਾਂ। ਸੋ ਬੱਚੇ ਹੁਣ ਇਹਦੀ ਵੈਲਿਊ ਕੱਢੀ ਦੇਖੋ A ਅਤੇ B ਕੋਈ ਓਬਲੀਕ ਐਕਸਿਸ ਦੇ ਵਿੱਚ 2 ਪੁਆਇੰਟ ਨੇ 2 ਪੁਆਇੰਟਸ ਦੇ ਵਿੱਚ ਸਾਨੂੰ ਜੇਕਰ ਉਹਦੀ ਲੈਂਥ ਚਾਹੀਦਾ ਇਸਦਾ ਮਤਲਬ ਉਹਨਾਂ ਦੋਹਾਂ ਦੇ ਵਿੱਚ ਡਿਸਟੈਂਸ ਚਾਹੀਦਾ ਤਾਂ ਡਿਸਟੈਂਸ ਦੇ ਲਈ ਅਸੀਂ ਕੀ ਅਪਲਾਈ ਕਰਾਂਗੇ ਡਿਸਟੈਂਸ ਫਾਰਮੂਲਾ। ਤਾਂ ਡਿਸਟੈਂਸ ਫਾਰਮੂਲਾ ਕੀ ਸੀ ਬੱਚੇ ਓਬਲੀਕ ਐਕਸਿਸ ਦੇ ਵਿੱਚ x2 - x1 ਦੀ ਸਕੇਅਰ ਪਲੱਸ y2 - y1 ਦੀ ਸਕੇਅਰ -2AB cos ਓਮੇਗਾ ਦਾ ਅੰਡਰ ਰੂਟ ਇਹੀ ਫਾਰਮੂਲਾ 2x - 2x2 - x1 y2 - y1 ਇੰਟੂ cos ਓਮੇਗਾ ਇਹ ਸਾਰੀ ਟਰਮ ਦਾ ਅੰਡਰ ਰੂਟ। ਸੋ ਇੱਥੇ ਅਪਲਾਈ ਕਰਾਂਗੇ ਬੱਚੇ ਦੇਖੋ ਆ ਸਾਡੇ ਕੋਲ 2 ਪੁਆਇੰਟ ਨੇ ਕਿਹੜੇ ਕਿਹੜੇ ਇੱਕ ਤਾਂ ਹੈਗਾ ਸਾਡੇ ਕੋਲ -C/A ਐਂਡ 0 ਅਤੇ ਦੂਸਰਾ ਪੁਆਇੰਟ ਕੀ ਹੈ ਬੱਚੇ 0 ਐਂਡ -C/B C/B ਆ ਹੋ ਗਿਆ x1 ਆ ਹੋ ਗਿਆ ਸਾਡੇ ਕੋਲ y1 ਆ ਹੋ ਗਿਆ x2 ਆ ਹੋ ਗਿਆ y2। ਫਾਰਮੂਲਾ ਕੀ ਹੈ ਬੱਚੇ x2 - x1 ਦੇਖੋ x2 - x1 ਫਾਰਮੂਲੇ 'ਚ ਵੈਲਿਊਜ਼ ਭਰੀ ਜਾਵਾਂਗੇ x2 - x1 ਦੀ ਸਕੇਅਰ 0 -C/A ਮਾਈਨਸ ਮਾਈਨਸ ਵਿੱਚ ਪਲੱਸ ਹੋ ਸਕਦਾ। ਸੋ ਇਹ ਜ਼ਰੂਰੀ ਨਹੀਂ ਹੈਗਾ ਬੱਚੇ ਕਿ ਅਸੀਂ ਕਿਹਨੂੰ x1 ਲੈਣਾ ਕਿਹਨੂੰ x2 ਲੈਣਾ ਤੁਹਾਡੀ ਕਿਉਂਕਿ ਉਹ ਆਪਣੇ ਕੋਲ ਸਕੇਅਰਿੰਗ ਆ ਸਕੇਅਰਿੰਗ ਦੇ ਉੱਤੇ ਪਾਵਰ
ਸਕੇਅਰਿੰਗ ਦੇ ਕਰਕੇ ਕੋਈ ਵੀ ਅੰਦਰ ਨੈਗੇਟਿਵ ਪੋਜ਼ੀਟਿਵ ਹੋਏਗਾ ਉਹਦੀ ਕੋਈ ਪ੍ਰੋਬਲਮ ਨਹੀਂ ਆਏਗੀ। ਸੋ ਅਸੀਂ ਇਹ ਕਾਮਨ ਕੱਢ ਕੇ ਫਿਰ ਪੋਜ਼ੀਟਿਵ ਬਣਾ ਸਕਦੇ ਹਾਂ। ਸੋ C/A -0 ਲਿਖ ਸਕਦੇ ਹਾਂ, ਜਾਂ ਬੱਚੇ 0 ਮਾਈਨਸ ਮਾਈਨਸ ਪਲੱਸ ਹੋ ਜਾਏਗਾ C/A ਦੋਨੋਂ ਠੀਕ। ਉਸ ਤੋਂ ਬਾਅਦ ਅਸੀਂ ਲਿਖ ਸਕਦੇ ਹਾਂ -C/B -0 ਬਚੇ ਅਗੇਨ। ਫਿਰ ਉਸ ਤੋਂ ਬਾਅਦ x2 - x1 y2 - y1 ਇੰਟੂ cos ω ਲਾ ਦੇਣਾ। ਦੇਖੋ ਜਦੋਂ ਅਸੀਂ ਇਹਨੂੰ ਸੋਲਵ ਕੀਤਾ ਤਾਂ ਪਹਿਲੀ ਟਰਮ ਤਾਂ ਬਣ ਰਹੀ ਆ -C/A ਦੀ ਹੋਲ ਸਕੇਅਰ C²/A², ਦੂਸਰਾ ਬਚੇ C²/B², ਇਹਨੂੰ ਵੀ ਅੰਦਰ ਮਲਟੀਪਲਾਈ ਕੀਤਾ 2C²/AB ਇੰਟੂ cos of ω। ਹੁਣ ਇਹਦੇ ਵਿੱਚੋਂ ਕੁਝ ਕਾਮਨ ਨਿਕਲ ਲਿਆ। ਦੇਖੋ ਉੱਪਰ ਵੀ C² ਸਾਰਿਆਂ ਦੇ ਨਾਲ ਪਿਆ ਤਾਂ C² ਸਾਰਿਆਂ ਦੇ ਵਿੱਚੋਂ ਕਾਮਨ ਕੱਢ ਲਓ। ਸਕੇਅਰ ਦੇ ਨਾਲ ਕੀ ਨਿਕਲੇਗਾ? ਅੰਡਰ-ਰੂਟ। ਸੋ ਸਕੇਅਰ ਨਾਲ ਅੰਡਰ-ਰੂਟ ਕੀ ਹੋ ਜਾਊਗਾ? ਕੈਂਸਲ। ਬਾਹਰ ਕੀ ਆਊਗਾ ਬੱਚੇ? C। ਅਗੇਨ ਦੇਖ ਲਓ ਦੁਬਾਰਾ ਇੱਕ ਮਿੰਟ। ਹਾਂਜੀ ਦੇਖੋ ਇਹਦੇ ਵਿੱਚ ਬੱਚੇ ਸਾਰੇ ਨੂੰ ਅਸੀਂ ਐਵੇਂ ਲਿਖ ਸਕਦੇ ਹਾਂ, ਉੱਪਰੋਂ C² ਕਾਮਨ ਨਿਕਲ ਰਿਹਾ, ਨੀਚੋਂ ਸਾਡੇ ਕੋਲ AB ਕਾਮਨ ਕੱਢਿਆ। ਠੀਕ, AB ਦੀ ਹੋਲ ਸਕੇਅਰ ਕਾਮਨ ਕੱਢ ਲਓ ਕਿਉਂਕਿ ਫਿਰ ਉਹਦੇ ਨਾਲ ਸਾਨੂੰ ਅੰਡਰ-ਰੂਟ ਕੈਂਸਲ ਕਰਨਾ ਸੀ ਈਜ਼ੀ ਰਹੇਗਾ, ਨਾਲ ਇਹਦੇ ਅੰਡਰ-ਰੂਟ। ਤਾਂ ਹੁਣ ਅੰਦਰ ਟਰਮ ਕੀ ਰਹੇਗੀ? ਇੱਥੋਂ C² ਤਾਂ ਬਾਹਰ ਚਲਿਆ ਗਿਆ ਬੱਚੇ 1 ਅਪੋਨ ਇੱਥੋਂ A² ਅਤੇ B² ਅਸੀਂ ਕਾਮਨ ਕੱਢਿਆ ਤਾਂ ਪਿੱਛੇ ਇੱਥੇ ਕੀ ਬਚੇਗਾ? B²। ਫਿਰ ਪਲੱਸ C² ਬਾਹਰ ਚਲਿਆ ਗਿਆ, ਨੀਚੋਂ B² ਬਾਹਰ ਚਲਿਆ ਗਿਆ ਬੱਚੇ, ਨਾਲ A² ਵੀ ਚਾਹੀਦਾ ਸੀ। ਸੋ ਇੱਥੇ ਕੀ ਬਚੇਗਾ? A² ਮਾਈਨਸ 2AB ਇੰਟੂ cos ω। ਬੱਚੇ ਦੇਖੋ ਇਹਦੇ ਨਾਲ ਸਾਡੇ ਕੋਲ ਕੀ C ਤਾਂ ਸਕੇਅਰ ਤਾਂ ਬਾਹਰ ਚਲਿਆ ਗਿਆ, ਨੀਚੇ ਇੱਕ AB ਸੀਗਾ ਤਾਂ ਅਸੀਂ ਕੀ ਕਾਮਨ ਕੱਢਿਆ? AB ਦਾ ਹੋਲ ਸਕੇਅਰ। ਤਾਂ ਉੱਪਰ ਸਾਡੇ ਕੋਲ ਉਹ ਬਚੇਗਾ, ਜਿਵੇਂ ਅਸੀਂ ਕਹੀਏ ਕਿ 1/4 ਆ ਜਾਂ 1/2 ਆ, ਇਹਦੇ ਵਿੱਚੋਂ ਅਸੀਂ 1/2 ਦੀ ਸਕੇਅਰ ਕਾਮਨ ਕੱਢਣੀ ਆ। ਤਾਂ ਕਿਵੇਂ ਅੰਦਰ ਕੀ ਬਚੂਗਾ? ਪਹਿਲਾਂ ਤਾਂ 2 ਨਾਲ ਮਲਟੀਪਲਾਈ ਅਤੇ ਡਿਵਾਈਡ ਕਰਨਾ ਪੈਗਾ ਤਾਂ ਹੀ ਨੀਚੇ 2 ਦੀ ਸਕੇਅਰ ਬਣੂਗਾ ਅਤੇ ਉਹਨੂੰ ਕਾਮਨ ਕੱਢਾਂਗੇ ਤਾਂ ਉੱਪਰਲਾ ਜਿਹੜਾ 2 ਆ ਉਹ ਸਾਡੇ ਕੋਲ ਅੰਦਰ ਬਚ ਜਾਏਗਾ। ਬਸ ਉਹੀ ਕੰਸੈਪਟ ਅਸੀਂ ਇੱਥੇ ਯੂਜ਼ ਕੀਤਾ। ਸੋ ਬੱਚੇ AB ਦੀ ਲੈਂਥ ਆ ਗਈ ਬਾਏ ਡਿਸਟੈਂਸ ਫਾਰਮੂਲਾ। ਹੁਣ AB ਦੀ ਲੈਂਥ ਅਸੀਂ ਆ ਫਾਰਮੂਲੇ 'ਚ ਭਰਤੀ 1/2 ਬੇਸ ਮਲਟੀਪਲਾਈ ਪਰਪੈਂਡੀਕੂਲਰ, ਸਾਡੇ ਕੋਲ ਟਰਮ ਆ ਗਈ। ਹੁਣ ਦੇਖੋ ਬੱਚੇ ਇਹ ਵੀ ਉਹਦਾ ਏਰੀਆ, ਇਹ ਵੀ ਉਸੇ ਟਰਾਇੰਗਲ ਦਾ ਏਰੀਆ ਸੀਗਾ, ਦੋਨੋਂ ਏਰੀਆ ਕੀ ਹੋਣਗੇ? ਸੇਮ। ਸੋ 1 from 1 and 3 ਬੋਥ ਆਰ ਇਕੁਅਲ ਰੱਖੋਗੇ ਬੱਚੇ। ਕਟਿੰਗ ਕਰ ਲਓ ਜੇ ਕੁਛ ਕਾਮਨ ਆ, 2AB ਇੱਧਰ ਵੀ ਹੈ 2AB ਇੱਧਰ ਵੀ ਹੈ, ਕਟਿੰਗ। ਉਸ ਤੋਂ ਬਾਅਦ ਸਾਡੇ ਕੋਲ ਕੋਈ ਟਰਮ ਹੋਰ ਕੈਂਸਲ ਹੋ ਰਹੀ ਆ, ਉੱਪਰ C ਸੀ ਬੱਚੇ, ਇੱਧਰ ਵੀ ਸਾਡੇ ਕੋਲ C ਨਾਲ C ਕੈਂਸਲ। PQ ਦੀ ਲੈਂਥ ਚਾਹੀਦੀ ਸੀ, PQ ਨੂੰ ਇੱਧਰ ਲਿਖ ਲਓ, ਬਾਕੀ ਸਾਰੀਆਂ ਟਰਮਸ ਨੂੰ ਅਰੇਂਜ ਕਰ ਲਓ। ਦੇਖੋ ਜੋ ਸਾਨੂੰ ਰਿਕੁਆਇਰਡ ਸੀ ਉਹੀ ਫਾਰਮੂਲਾ ਮਿਲ ਗਿਆ ਬੱਚੇ। ਇਹਦੀ ਲੈਂਥ ਦਾ ਬਸ ਧਿਆਨ ਰੱਖਿਓ, ਹਮੇਸ਼ਾ ਮੋਡ 'ਚ ਲਿਖੀ ਜਾਏਗੀ ਕਿਉਂਕਿ ਲੈਂਥ ਹਮੇਸ਼ਾ ਸਾਡੇ ਕੋਲ ਕੀ ਹੁੰਦੀ ਆ? ਪੋਜ਼ੀਟਿਵ ਹੁੰਦੀ ਆ। ਜੇ ਕਿਤੇ ਨੈਗੇਟਿਵ ਵੀ ਆ ਜਾਂਦੀ ਆ ਤਾਂ ਅਸੀਂ ਮੋਡ ਕਰਕੇ ਉਹਨੂੰ ਕੀ ਕਰ ਲੈਂਦੇ ਹਾਂ? ਪੋਜ਼ੀਟਿਵ ਕਰ ਲੈਂਦੇ ਹਾਂ। ਸੋ ਹਮੇਸ਼ਾ ਇਹ ਕਿਹਦੇ ਵਿੱਚ ਲਿਖੀ ਜਾਏਗੀ? ਮੋਡੂਲਸ ਦੇ ਵਿੱਚ ਅਸੀਂ PQ ਨੂੰ ਲਿਖਾਂਗੇ। ਤਾਂ ਇਹਨੂੰ ਇਹ ਰਿਕੁਆਇਰਡ ਸਾਡਾ ਫਾਰਮੂਲਾ ਤਿਆਰ ਹੋ ਗਿਆ। ਹੁਣ ਐਗਜ਼ਾਮਪਲ ਦੇਖ ਲੈਂਦੇ ਹਾਂ ਬੱਚੇ ਇਹਦੇ ਨਾਲ ਦੀ। ਕਹਿੰਦੇ ਫਾਈਂਡ ਦੀ ਲੈਂਥ ਆਫ ਅ ਪਰਪੈਂਡੀਕੂਲਰ ਡਰਾਨ ਫਰੋਮ ਅ ਪੁਆਇੰਟ 4 - 3 ਅਪੋਨ ਦੀ ਲਾਈਨ ਐਂਡ ਦੀ ਐਂਗਲ ਬਿਟਵੀਨ ਦ ਐਕਸਿਸ ਇਜ਼ 60। ਦੇਖੋ ਇਸ ਪੁਆਇੰਟ ਤੋਂ ਕੋਈ ਪਰਪੈਂਡੀਕੂਲਰ ਡਰਾ ਕੀਤਾ ਇਸ ਲਾਈਨ 'ਤੇ ਅਤੇ ਜਿਹੜੀ ਉਹਦੀ ਇਨਕਲਾਈਨੇਸ਼ਨ ਆ, ਜੋ ਉਹਨਾਂ ਦੇ ਵਿੱਚ ਐਂਗਲ ਬਣ ਰਿਹਾ ਉਹ 60। ਇਸ ਦਾ ਮਤਲਬ ਬੱਚੇ ਓਮੇਗਾ ਦੀ ਵੈਲਿਊ ਕਿੰਨੀ ਆ? 60 ਆ। ਪੁਆਇੰਟ ਕੀ ਆ? ਜਿਹੜਾ P ਪੁਆਇੰਟ ਸਾਨੂੰ ਦਿੱਤਾ ਹੋਣਾ ਸੀ x1 y1, ਉਹਦੀ ਵੈਲਿਊ ਕਿੰਨੀ ਆ? 4 - 3 ਆ। ਐਂਡ ਇਹਦੀ ਜਿਹੜੀ ਲਾਈਨ ਦੀ ਇਕੁਏਸ਼ਨ ਆ ਉਹ ਕੀ ਆ? 6x + 3y - 10 = 0। ਦੇਖੋ ਕੀ ਚਾਹੀਦਾ? ਰਿਕੁਆਇਰਡ ਕੀ ਆ? ਇਸ ਫਾਰਮੂਲਾ ਕੀ ਆ? x1 ਮਤਲਬ 4 ਆ, y1 ਮਤਲਬ -3 ਆ, ਜੋ ਪੁਆਇੰਟ ਆ। ਇਹਦਾ ਮਤਲਬ ਬੱਚੇ ਜਿਹੜੀ ਆ ਇਕੁਏਸ਼ਨ ਆਫ ਸਟ੍ਰੇਟ ਲਾਈਨ ਹੈ, ਇਹਨੂੰ ਕੰਪੈਰੀਜ਼ਨ ਕਰਾਂਗੇ ax + by + c = 0 ਨਾਲ। a ਦੀ ਵੈਲਿਊ 6 ਆ, b ਦੀ ਵੈਲਿਊ 3 ਆ, c ਦੀ ਵੈਲਿਊ ਕਿੰਨੀ ਆ? -10। ਬੱਚੇ ਫਾਰਮੂਲਾ ਯਾਦ ਆ ਤਾਂ ਉਹਦੇ ਵਿੱਚ ਅਸੀਂ ਸਬਸਟੀਟਿਊਟ ਕਰ ਦਾਂਗੇ, ਸਿੱਧਾ ਸਾਨੂੰ ਕੀ ਮਿਲ ਜਾਏਗਾ? ਪਰਪੈਂਡੀਕੂਲਰ ਡਿਸਟੈਂਸ। a ਦੀ ਵੈਲਿਊ 6 ਇੰਟੂ x1 ਦੀ ਵੈਲਿਊ 4 ਪਲੱਸ b ਦੀ ਵੈਲਿਊ 3 ਇੰਟੂ y1 ਦੀ ਵੈਲਿਊ -3। ਅੱਗੇ ਬੱਚੇ c ਦੀ ਵੈਲਿਊ -10 ਇੰਟੂ ਸਾਈਨ ਓਮੇਗਾ ਦੀ ਵੈਲਿਊ ਕਿੰਨੀ ਆ? 60 ਅਪੋਨ ਕੀ ਸੀ? B² ਮਤਲਬ 3 ਦੀ ਸਕੇਅਰ ਪਲੱਸ A² ਮਤਲਬ 6 ਦੀ ਸਕੇਅਰ ਮਾਈਨਸ 2AB 2 6 3 cos of ω। ਸਾਈਨ ਓਮੇਗਾ cos ਓਮੇਗਾ ਵਿੱਚ ਸੇ ਇਹਦੇ ਸਾਈਨ 60 ਐਂਡ cos 60 ਦਾ ਮਤਲਬ ਸਾਡੇ ਕੋਲ ਵੈਲਿਊਜ਼ ਸਾਈਨ 60 ਦੀ ਆ ਜੂਗੀ √3/2, cos 60 ਦੀ ਵੈਲਿਊ ਆ ਜੂਗੀ 1/2। ਸਬਸਟੀਟਿਊਟ ਕਰਕੇ ਸੋਲਵ ਕਰ ਲਾਂਗੇ, ਸਾਨੂੰ ਲੈਂਥ ਆਫ ਪਰਪੈਂਡੀਕੂਲਰ ਮਿਲ ਜਾਏਗੀ। ਇਹ ਸੀਗਾ ਬੱਚੇ ਸਾਡੇ ਕੋਲ ਲੈਂਥ ਆਫ ਪਰਪੈਂਡੀਕੂਲਰ ਫਾਈਂਡ ਕਰਨ ਦਾ ਫਾਰਮੂਲਾ ਇਨ ਦਾ ਓਬਲੀਕ ਐਕਸਿਸ ਪਲੱਸ ਉਹਦੀ ਐਗਜ਼ਾਮਪਲ। ਹੁਣ ਨੈਕਸਟ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਬੱਚੇ ਕਿ ਓਬਲੀਕ ਐਕਸਿਸ ਤੋਂ ਅਸੀਂ ਰਿਟੈਂਗੂਲਰ ਐਕਸਿਸ ਜਾਂ ਰਿਟੈਂਗੂਲਰ ਐਕਸਿਸ ਤੋਂ ਓਬਲੀਕ ਐਕਸਿਸ ਦੇ ਵਿੱਚ ਕਿਵੇਂ ਟਰਾਂਸਫਾਰਮ ਕਰ ਸਕਦੇ ਹਾਂ। ਥੈਂਕ ਯੂ ਫॉर ਵਾਚਿੰਗ।